ਸਤਿ ਸ਼੍ਰੀ ਅਕਾਲ। YouTube ਚੈਨਲ ਪੰਜਾਬੀ ਸਕੂਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਛਾਪੀ ਹੋਈ 10ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤ ਮਾਲਾ 10 ਦੇ ਗੁਰਮਤਿ ਕਾਵਿ ਭਾਗ ਵਿੱਚੋਂ ਇੱਕ ਸ਼ਬਦ ਕਰਾਂਗੇ। ਅਸੀਂ ਗੁਰੂ ਅਮਰਦਾਸ ਜੀ ਦੀ ਬਾਣੀ ਕਿਰਪਾ ਕਰਕੇ ਬਖਸ਼ ਲੈ ਦਾ ਅਧਿਐਨ ਕਰਾਂਗੇ ਅਤੇ ਫਿਰ ਇਸ ਦਾ ਅਭਿਆਸ ਕਰਾਂਗੇ। ਸ਼ਬਦ ਦਾ ਅਧਿਐਨ ਤੇ ਅਭਿਆਸ ਕਰਨ ਤੋਂ ਪਹਿਲਾਂ ਅਸੀਂ ਗੁਰੂ ਅਮਰਦਾਸ ਜੀ ਦੇ ਜੀਵਨ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ। ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਹੋਏ ਸਨ। ਆਪ ਦਾ ਜਨਮ 1479 ਈਸਵੀ ਨੂੰ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਪਿਤਾ ਤੇਜਭਾਨ ਤੇ ਮਾਤਾ ਲੱਖੋਂ ਦੇ ਗ੍ਰਹਿ ਵਿਖੇ ਭੱਲਾ ਘਰਾਣੇ 'ਚ ਹੋਇਆ। ਵਿਆਹ ਤੋਂ ਬਾਅਦ ਆਪ ਜੀ ਦੇ ਘਰ 2 ਪੁੱਤਰ ਮੋਹਨ ਜੀ ਤੇ ਮੋਹਰੀ ਜੀ ਤੇ 2 ਪੁੱਤਰੀਆਂ ਬੀਬੀ ਦਾਨੀ ਤੇ ਬੀਬੀ ਭਾਨੀ ਨੇ ਜਨਮ ਲਿਆ। ਤੁਸੀਂ ਬੀਬੀ ਭਾਨੀ ਜੀ ਬਾਰੇ ਤਾਂ ਪਾਠ ਵੀ ਪੜ੍ਹਿਆ ਹੋਇਆ ਪਿਛਲੇ ਸਾਲ। ਆਪ ਜੀ ਨੂੰ 1552 ਈਸਵੀ ਵਿੱਚ ਗੁਰਗੱਦੀ ਪ੍ਰਾਪਤ ਹੋਈ। ਆਪ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਬਹੁਤ ਸਾਰੇ ਕੰਮ ਕੀਤੇ, ਜਿਵੇਂ ਗੋਇੰਦਵਾਲ ਵਿਖੇ ਬਾਉਲੀ ਦਾ ਨਿਰਮਾਣ, ਲੰਗਰ ਪ੍ਰਥਾ ਦਾ ਵਿਸਥਾਰ, ਜਾਤੀ ਪ੍ਰਥਾ, ਛੂਤ-ਛਾਤ, ਪਰਦੇ ਦਾ ਰਿਵਾਜ ਤੇ ਸਤੀ ਪ੍ਰਥਾ ਜਿਹੀਆਂ ਕੁਰੀਤੀਆਂ ਦਾ ਸੁਧਾਰ ਕੀਤਾ। ਆਪ ਜੀ ਦੀਆਂ ਪ੍ਰਮੁੱਖ ਬਾਣੀਆਂ ਵਿੱਚੋਂ ਆਨੰਦ ਸਾਹਿਬ, ਪੱਟੀ ਅਤੇ 4 ਵਾਰਾਂ ਹਨ। ਇਸ ਤੋਂ ਇਲਾਵਾ ਆਪ ਨੇ ਕੁਝ ਸਲੋਕ ਵੀ ਰਚੇ ਅਤੇ ਜੋ ਸਾਡੇ ਸਿਲੇਬਸ ਵਿੱਚ ਜੋ ਅਸੀਂ ਪੜ੍ਹਨਾ ਹੈ, ਕਿਰਪਾ ਕਰਕੇ ਬਖਸ਼ ਲੈ, ਇਹ ਵੀ ਇੱਕ ਵਾਰਾਂ ਤੋਂ ਬਾਹਰ ਦਾ ਸਲੋਕ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 31 ਰਾਗਾਂ ਵਿੱਚੋਂ ਆਪ ਨੇ 17 ਰਾਗਾਂ ਵਿੱਚ ਬਾਣੀ ਰਚੀ। ਆਪ ਜੀ ਦੀ ਬਾਣੀ ਦਾ ਵਿਸ਼ਾ ਸੇਵਾ, ਭਗਤੀ ਭਾਵ ਤੇ ਭਰਮ ਕਰਮਾਂ ਦਾ ਨਿਵਾਰਨ ਹੈ। ਆਪ ਨੇ 1574 ਈਸਵੀ ਨੂੰ ਗੋਇੰਦਵਾਲ ਵਿਖੇ ਆਪਣੇ ਸਰੀਰ ਦਾ ਤਿਆਗ ਕੀਤਾ ਜਾਂ ਫਿਰ ਜੋਤੀ ਜੋਤ ਸਮਾ ਗਏ। ਆਓ ਹੁਣ ਗੁਰੂ ਅਮਰਦਾਸ ਜੀ ਦੇ ਸਲੋਕ ਕਿਰਪਾ ਕਰਕੇ ਬਖਸ਼ ਲੈ ਦਾ ਅਧਿਐਨ ਕਰੀਏ। ਕਿਰਪਾ ਕਰਕੇ ਬਖਸ਼ ਲੈ ਵਿੱਚ ਗੁਰੂ ਅਮਰਦਾਸ ਜੀ ਮੁੱਖ ਤੌਰ 'ਤੇ ਮਨੁੱਖ ਵੱਲੋਂ ਇਹ ਕਹਿੰਦੇ ਨੇ ਕਿ ਮਨੁੱਖ ਬਹੁਤ ਸਾਰੇ ਪਾਪ ਕਰਦਾ ਹੈ ਅਤੇ ਸਿਰਫ ਪਰਮਾਤਮਾ ਦੀ ਕਿਰਪਾ ਨਾਲ ਹੀ ਉਹ ਪਾਪ ਬਖਸ਼ੇ ਜਾ ਸਕਦੇ ਹਨ। ਮੈਂ ਤੁਹਾਨੂੰ ਇੱਕ ਸਤਰ ਪੜ੍ਹਾਂਗੀ ਅਤੇ ਨਾਲ ਉਸ 'ਤੇ ਤੁਹਾਨੂੰ ਅਰਥ ਦੱਸਾਂਗੀ ਅਤੇ ਤੁਸੀਂ ਉਹ ਬਹੁਤ ਧਿਆਨ ਨਾਲ ਸੁਣਨੇ, ਕਿਉਂਕਿ ਤੁਹਾਨੂੰ ਤੁਹਾਡੇ ਪ੍ਰਸ਼ਨਾਂ ਦਾ ਜਵਾਬ ਸਾਰਾ ਇਸ ਸਲੋਕ ਦੇ ਅਰਥਾਂ ਵਿੱਚੋਂ ਹੀ ਮਿਲ ਜਾਣਾ ਹੈ। ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾ ਵਾਰ। ਅਸੀਂ ਮਤਲਬ ਅਸੀਂ ਮਨੁੱਖ, ਖਤੇ ਮਤਲਬ ਪਾਪ, ਭੁੱਲਾਂ, ਬਹੁਤ ਕਮਾਵਦੇ, ਬਹੁਤ ਕਰਦੇ ਹਾਂ, ਅੰਤ ਨਾ ਪਾਰਾ ਵਾਰ। ਅਤੇ ਜਿਹੜੀਆਂ ਭੁੱਲਾਂ ਨੇ ਉਹਨਾਂ ਦਾ ਕੋਈ ਅੰਤ ਹੀ ਨਹੀਂ ਹੈਗਾ। ਅਸੀਂ ਬੇਅੰਤ ਭੁੱਲਾਂ ਕਰਦੇ, ਉਹਨਾਂ ਦਾ ਕੋਈ ਅੰਤ, ਕੋਈ ਉਹਨਾਂ ਦਾ ਪਾਰ ਪਾਇਆ ਹੀ ਨਹੀਂ ਜਾ ਸਕਦਾ। ਅਸੀਂ ਇੰਨੀਆਂ ਜ਼ਿਆਦਾ ਭੁੱਲਾਂ ਕਰਦੇ ਹਾਂ। ਹਰ ਕਿਰਪਾ ਕਰਕੇ ਬਖਸ਼ ਲਿਓ, ਹਉ ਪਾਪੀ ਵੱਡ ਗੁਨਾਹਗਾਰ। ਤਾਂ ਅੱਗੇ ਗੁਰੂ ਜੀ ਪਰਮਾਤਮਾ ਨੂੰ ਕਹਿੰਦੇ ਨੇ, ਹੇ ਹਰੀ, ਹੇ ਪਰਮਾਤਮਾ, ਆਪਣੀ ਕਿਰਪਾ ਕਰਕੇ ਸਾਨੂੰ ਬਖਸ਼ ਲੈ, ਸਾਨੂੰ ਮਾफ़ ਕਰ ਦੇ, ਸਾਡੇ ਭੁੱਲਾਂ ਨੂੰ, ਸਾਡੇ ਪਾਪਾਂ ਨੂੰ ਬਖਸ਼ ਲੈ। ਹਉ ਪਾਪੀ ਵੱਡ ਗੁਨਾਹਗਾਰ, ਅਸੀਂ ਵੱਡੇ ਪਾਪੀ ਹਾਂ, ਵੱਡੇ ਗੁਨਾਹਗਾਰ ਹਾਂ, ਤੂੰ ਕਿਰਪਾ ਕਰਕੇ ਸਾਨੂੰ ਜੀਵਾਂ ਨੂੰ ਬਖਸ਼ ਦੇ। ਹਰ ਜਿਉ ਲੇਖੇ ਵਾਰ ਨਾ ਆਵਈ, ਤੂੰ ਬਖਸ਼ ਮਿਲਾਵਣ ਹਾਰ। ਪਰਮਾਤਮਾ, ਜੀਵਾਂ ਦੇ ਜੇ ਕਰਮਾਂ ਦਾ ਹਿਸਾਬ ਕੀਤਾ ਜਾਵੇ, ਲੇਖਾ ਕੀਤਾ ਜਾਵੇ, ਉਹਨਾਂ ਦੇ ਲੇਖਾਂ ਦਾ ਲੇਖਾ ਕਰਨਾ, ਕਹਿੰਦੇ ਨਾ ਧਰਮਰਾਜ ਲੇਖਾ ਕਰਦਾ, ਕਰਮਾਂ ਦਾ ਹਿਸਾਬ ਕਰਦਾ ਵੀ ਜਿੰਨੇ ਕਰਮ ਚੰਗੇ ਕੀਤੇ ਉਸ ਹਿਸਾਬ ਨਾਲ ਉਹਨੂੰ ਚੰਗਾ ਅੱਗੇ ਪ੍ਰਲੋਕ ਵਿੱਚ ਸਥਾਨ ਮਿਲਦਾ, ਜਿੰਨੇ ਮਾੜੇ ਕੀਤੇ ਉਹਨੂੰ ਮਾੜਾ ਮਿਲਦਾ। ਤਾਂ ਕਹਿੰਦੇ ਜੇ ਕਰਮਾਂ ਦੇ ਹਿਸਾਬ ਨਾਲ ਸਾਡਾ ਹਿਸਾਬ ਕੀਤਾ ਗਿਆ ਤਾਂ ਸਾਡੀ ਮਾफ़ੀ ਦੀ ਵਾਰੀ ਕਦੀ ਨਹੀਂ ਆਉਣੀ, ਕਿਉਂਕਿ ਅਸੀਂ ਇੰਨੇ ਜ਼ਿਆਦਾ ਪਾਪ ਕੀਤੇ ਹੋਏ ਨੇ, ਇੰਨੀਆਂ ਜ਼ਿਆਦਾ ਭੁੱਲਾਂ ਕੀਤੀਆਂ ਹੋਈਆਂ ਨੇ ਕਿ ਕਰਮਾਂ ਦੇ ਹਿਸਾਬ ਨਾਲ ਸਾਨੂੰ ਬਖਸ਼ਿਸ਼ ਨਹੀਂ ਮਿਲਣੀ। ਪਰ ਤੂੰ ਹੀ ਹੈ ਪਰਮਾਤਮਾ ਜਿਹੜਾ ਸਾਨੂੰ, ਤੂੰ ਬਖਸ਼ ਮਿਲਾਵਣਹਾਰ, ਤੂੰ ਹੀ ਸਾਨੂੰ ਬਖਸ਼ ਦੇ ਸਕਦਾ ਹੈ, ਸਾਨੂੰ ਮਾफ़ੀ ਦੇ ਸਕਦਾ ਹੈ। ਗੁਰ ਤੁੱਠੇ ਹਰ ਪ੍ਰਭ ਮੇਲਿਆ, ਸਭ ਕਿਲ ਵਿਖ ਘਟ ਵਿਕਾਰ। ਅੱਗੇ ਗੁਰੂ ਜੀ ਕਹਿੰਦੇ ਨੇ, ਗੁਰ ਤੁੱਠੇ ਵੀ ਜੇ ਗੁਰੂ ਦੀ ਤੁਹਾਡੇ 'ਤੇ ਕਿਰਪਾ ਹੋਵੇ, ਕਿਰਪਾਲੂ ਹੋਵੇ ਗੁਰੂ, ਹਰ ਪ੍ਰਭ ਮੇਲਿਆ, ਤਾਂ ਉਹ ਤੁਹਾਨੂੰ ਪ੍ਰਭੂ ਨਾਲ, ਪਰਮਾਤਮਾ ਨਾਲ ਮਿਲਾ ਦਿੰਦਾ ਹੈ। ਸਭ ਕਿਲ ਵਿਖ ਘਟ ਵਿਕਾਰ, ਅਤੇ ਫਿਰ ਜਿਹੜਾ ਹੈ ਪਰਮਾਤਮਾ ਹੈ ਉਸਦੇ ਸਾਰੇ ਵਿਕਾਰ ਕੱਟ ਕੇ ਉਸਨੂੰ ਸਿਮਰਨ ਦੀ ਦਾਤ ਦੇ ਦਿੰਦਾ ਹੈ। ਉਸਦੇ ਸਾਰੇ ਵਿਕਾਰ ਮਤਲਬ ਉਸਦੇ ਬੁਰਾਈਆਂ, ਕਿਲਵਿਖ ਮਤਲਬ ਪਾਪ, ਤਾਂ ਉਹਨਾਂ ਸਾਰਿਆਂ ਨੂੰ ਕੱਟ ਕੇ ਖ਼ਤਮ ਕਰਕੇ ਉਸਨੂੰ ਨਾਮ ਸਿਮਰਨ ਦੀ ਦਾਤ ਦੇ ਦਿੰਦਾ ਹੈ। ਜਿਨ੍ਹਾਂ ਹਰ ਹਰ ਨਾਮ ਧਿਆਇਆ, ਜਨ ਨਾਨਕ ਤਿਨ ਜੈਕਾਰ। ਜਿਹੜੇ ਮਨੁੱਖ ਹਰ ਦਾ, ਪਰਮਾਤਮਾ ਦਾ ਨਾਮ ਧਿਆਉਂਦੇ ਹਨ, ਉਸ ਦੀ ਸਿਮਰਨ ਕਰਦੇ ਹਨ,
ਉਹਨਾਂ ਦਾ ਜਨ ਨਾਨਕ ਤਿੰਨ ਜੈਕਾਰ, ਉਹਨਾਂ ਦੀ ਹੀ ਜੈ ਜੈਕਾਰ ਹੁੰਦੀ ਹੈ, ਉਹਨਾਂ ਨੂੰ ਹੀ ਅਗਲੇ ਲੋਕ ਵਿੱਚ ਜਾ ਕੇ ਉੱਚਾ ਸਥਾਨ ਪ੍ਰਾਪਤ ਹੁੰਦਾ ਹੈ। ਤਾਂ ਮੁੱਖ ਤੌਰ 'ਤੇ ਇਸ ਸ਼ਲੋਕ ਵਿੱਚ ਇਹ ਦੱਸਿਆ ਗਿਆ ਕਿ ਮਨੁੱਖ ਬਹੁਤ ਜ਼ਿਆਦਾ ਪਾਪ ਕਰਦਾ ਹੈ ਅਤੇ ਉਹਨੂੰ ਕਰਮਾਂ ਦੇ ਹਿਸਾਬ ਨਾਲ ਮਾफ़ੀ ਨਹੀਂ ਮਿਲ ਸਕਦੀ। ਉਹਨੂੰ ਮਾफ़ੀ ਸਿਰਫ ਤਾਂ ਹੀ ਮਿਲ ਸਕਦੀ ਹੈ ਜੇ ਪਰਮਾਤਮਾ ਉਸਨੂੰ ਮਾफ़ ਕਰੇ। ਅਤੇ ਪਰਮਾਤਮਾ ਕਦੋਂ ਮਾफ़ ਕਰਦਾ ਹੈ? ਜਦੋਂ ਕੋਈ ਚੰਗਾ ਗੁਰੂ, ਸੱਚਾ ਗੁਰੂ ਸਾਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜ ਦਿੰਦਾ ਹੈ ਅਤੇ ਸਾਨੂੰ ਨਾਮ ਸਿਮਰਨ ਦੀ ਦਾਤ ਮਿਲਦੀ ਹੈ, ਤਾਂ ਹੀ ਪਰਮਾਤਮਾ ਸਾਡੀਆਂ ਭੁੱਲਾਂ ਮਾफ़ ਕਰਦਾ ਹੈ। ਤਾਂ ਵਿਦਿਆਰਥੀਓ, ਇਹ ਸੀ ਸਾਡੇ ਸ਼ਲੋਕ ਕਿਰਪਾ ਕਰਕੇ ਬਖਸ਼ ਲੈ ਦਾ ਅਧਿਐਨ। ਹੁਣ ਆਪਾਂ ਇਸ ਦਾ ਪਾਠ ਅਭਿਆਸ ਹੱਲ ਕਰਾਂਗੇ। ਪਾਠ ਪੁਸਤਕ ਵਿੱਚ ਇਸ ਦਾ ਜੋ ਅਭਿਆਸ ਦਿੱਤਾ ਗਿਆ ਹੈ ਉਸ ਵਿੱਚ ਇਸ ਸ਼ਲੋਕ ਦੇ ਕੇਵਲ 3 ਹੀ ਪ੍ਰਸ਼ਨ ਹਨ, ਪਰ ਉਸ ਤੋਂ ਇਲਾਵਾ ਵੀ ਅਸੀਂ ਕੁਝ ਪ੍ਰਸ਼ਨ ਜ਼ਰੂਰ ਹੱਲ ਕਰਾਂਗੇ ਤਾਂ ਜੋ ਤੁਹਾਨੂੰ ਪੇਪਰ ਵਿੱਚ ਕੋਈ ਵੀ ਮੁਸ਼ਕਿਲ ਨਾ ਆਵੇ। ਤਾਂ ਇਸ ਦਾ ਸਭ ਤੋਂ ਪਹਿਲਾ ਪ੍ਰਸ਼ਨ ਜੋ ਪਾਠ ਪੁਸਤਕ ਵਿੱਚ ਦਿੱਤਾ ਗਿਆ ਹੈ ਆਪਾਂ ਉਹ ਕਰਦੇ ਹਾਂ, ਜੋ ਕਿ ਹੈ ਕਿਰਪਾ ਕਰਕੇ ਬਖਸ਼ ਲੈ ਦਾ ਕੇਂਦਰੀ ਭਾਵ ਲਿਖੋ। ਇਸ ਦਾ ਉੱਤਰ ਆਪਾਂ ਲਿਖਾਂਗੇ, ਇਸ ਸ਼ਲੋਕ ਦਾ ਕੇਂਦਰੀ ਭਾਵ ਇਨਸਾਨ ਵੱਲੋਂ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਦੇ ਹੋਏ ਪਰਮਾਤਮਾ ਤੋਂ ਉਹਨਾਂ ਦੀ ਮਾफ़ੀ ਮੰਗਣਾ ਹੈ। ਮਨੁੱਖ ਅਣਗਿਣਤ ਗਲਤੀਆਂ ਤੇ ਪਾਪ ਕਰਦਾ ਹੈ। ਸੱਚਾ ਗੁਰੂ ਹੀ ਮਨੁੱਖ ਨੂੰ ਨਾਮ ਸਿਮਰਨ ਨਾਲ ਜੋੜ ਕੇ ਉਸ ਨੂੰ ਪਰਮਾਤਮਾ ਦੇ ਲੜ ਲਾ ਸਕਦਾ ਹੈ। ਅਗਲਾ ਪ੍ਰਸ਼ਨ ਹੈ, ਕਿਰਪਾ ਕਰਕੇ ਬਖਸ਼ ਲੈ ਸ਼ਬਦ ਵਿੱਚ ਪਰਮਾਤਮਾ ਅੱਗੇ ਸਾਡੀ ਕੀ ਅਰਦਾਸ ਹੈ? ਇਸ ਦਾ ਉੱਤਰ ਲਿਖਾਂਗੇ, ਇਸ ਸ਼ਬਦ ਵਿੱਚ ਪਰਮਾਤਮਾ ਅੱਗੇ ਸਾਡੀਆਂ ਗਲਤੀਆਂ ਨੂੰ ਮਾफ़ ਕਰਨ ਦੀ ਅਰਦਾਸ ਹੈ। ਮਨੁੱਖ ਇੰਨੇ ਪਾਪ ਕਰਦਾ ਹੈ ਕਿ ਜੇਕਰ ਪਰਮਾਤਮਾ ਸਾਡੇ ਕਰਮਾਂ ਦਾ ਲੇਖਾ ਦੇਖੇ ਤਾਂ ਕਦੀ ਵੀ ਮਾफ़ੀ ਦੀ ਵਾਰੀ ਨਹੀਂ ਆਵੇਗੀ। ਸਿਰਫ ਪਰਮਾਤਮਾ ਹੀ ਸਾਡੀਆਂ ਭੁੱਲਾਂ ਨੂੰ ਬਖਸ਼ ਕੇ ਸਾਨੂੰ ਆਪਣੇ ਚਰਨਾਂ ਵਿੱਚ ਸਥਾਨ ਦੇ ਸਕਦਾ ਹੈ। ਹੁਣ ਦੇਖੋ ਬੱਚੋ, ਜੇ ਪ੍ਰਸ਼ਨ ਤੁਹਾਨੂੰ 2 ਨੰਬਰ ਵਿੱਚ ਆਵੇ ਤਾਂ ਤੁਸੀਂ ਇਹ ਸਾਰਾ ਉੱਤਰ ਲਿਖ ਦੇਣਾ ਹੈ, ਪਰ ਜੇਕਰ ਤੁਹਾਨੂੰ ਇਹ ਪ੍ਰਸ਼ਨ ਕੇਵਲ 1 ਨੰਬਰ ਵਿੱਚ ਆਵੇ ਤਾਂ ਤੁਸੀਂ ਇਸ ਦੀ ਸਿਰਫ ਪਹਿਲੀ ਲਾਈਨ ਜਿਹੜੀ ਹੈ ਉੱਤਰ ਵਿੱਚ ਲਿਖ ਦਿਓ, ਤਾਂ ਵੀ ਤੁਹਾਡਾ ਉੱਤਰ ਪੂਰਾ ਮੰਨਿਆ ਜਾਵੇਗਾ। ਉਸ ਤੋਂ ਅੱਗੇ ਸਾਡਾ ਅਗਲਾ ਪ੍ਰਸ਼ਨ ਹੈ, ਸੰਸਾਰ ਵਿੱਚ ਕਿਹਨਾਂ ਦੀ ਜੈ ਜੈਕਾਰ ਹੁੰਦੀ ਹੈ? ਜਿਹੜੇ ਵਿਅਕਤੀ ਸੱਚੇ ਗੁਰੂ ਤੋਂ ਸਿੱਖਿਆ ਲੈ ਕੇ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹਨ, ਉਹਨਾਂ ਦੀ ਹੀ ਸੰਸਾਰ ਵਿੱਚ ਜੈ ਜੈਕਾਰ ਹੁੰਦੀ ਹੈ। ਇਸ ਤੋਂ ਬਾਅਦ ਅਸੀਂ ਕੁਝ ਹੋਰ ਪ੍ਰਸ਼ਨ ਵੀ ਹੱਲ ਕਰਾਂਗੇ, ਜਿਨ ਵਿੱਚ ਪਹਿਲਾ ਹੈ, ਜੀਵ ਕਿੰਨੀਆਂ ਕੁ ਭੁੱਲਾਂ ਤੇ ਗੁਨਾਹ ਕਰਦਾ ਹੈ? ਇਸ ਦਾ ਉੱਤਰ ਲਿਖਾਂਗੇ, ਮਨੁੱਖ ਇੰਨੀਆਂ ਭੁੱਲਾਂ ਅਤੇ ਪਾਪ ਕਰਦਾ ਹੈ ਕਿ ਜੇਕਰ ਪਰਮਾਤਮਾ ਸਾਡੇ ਕਰਮਾਂ ਦਾ ਲੇਖਾ ਦੇਖੇ ਤਾਂ ਕਦੀ ਵੀ ਮਾਫ਼ੀ ਦੀ ਵਾਰੀ ਨਹੀਂ ਆਵੇਗੀ। ਸਿਰਫ ਪਰਮਾਤਮਾ ਹੀ ਸਾਡੀਆਂ ਭੁੱਲਾਂ ਨੂੰ ਬਖਸ਼ ਕੇ ਸਾਨੂੰ ਆਪਣੇ ਚਰਨਾਂ ਵਿੱਚ ਸਥਾਨ ਦੇ ਸਕਦਾ ਹੈ। ਅਗਲਾ ਪ੍ਰਸ਼ਨ ਹੈ, ਕਿਰਪਾ ਕਰਕੇ ਬਖਸ਼ ਲੈ ਸ਼ਬਦ ਦਾ ਸਾਰ ਲਿਖੋ। ਕਿਰਪਾ ਕਰਕੇ ਬਖਸ਼ ਲੈ ਸ਼ਬਦ ਸਿੱਖਾਂ ਦੇ ਤੀਸਰੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਹੈ। ਇਸ ਕਵਿਤਾ ਵਿੱਚ ਮਨੁੱਖ ਦੀ ਤੁਲਨਾ ਗਲਤੀਆਂ ਦੇ ਪੁਤਲੇ ਅਤੇ ਪਰਮਾਤਮਾ ਦੀ ਤੁਲਨਾ ਬਖਸ਼ਣਹਾਰ ਨਾਲ ਕੀਤੀ ਗਈ ਹੈ। ਹੁਣ ਇੱਥੋਂ ਤੱਕ ਅਸੀਂ ਇਹ 2 ਲਾਈਨਾਂ ਲਿਖਣ ਤੋਂ ਬਾਅਦ ਅਗਲੀਆਂ ਲਾਈਨਾਂ ਅਸੀਂ ਸਾਰੀਆਂ ਕੇਂਦਰੀ ਭਾਵ ਵਾਲੀਆਂ ਲਿਖ ਸਕਦੇ ਹਾਂ ਅਤੇ ਸਾਡਾ ਉੱਤਰ ਪੂਰਾ ਹੋ ਜਾਵੇਗਾ। ਕੇਂਦਰੀ ਭਾਵ ਵਾਲੀਆਂ ਲਾਈਨਾਂ ਦੇਖਦੇ ਹਾਂ। ਕੇਂਦਰੀ ਭਾਵ ਵਿੱਚ ਅਸੀਂ ਲਿਖਿਆ ਸੀ ਕਿ ਸ਼ਲੋਕ ਦਾ ਕੇਂਦਰੀ ਭਾਵ, ਬਸ ਤੁਸੀਂ ਇਹ ਸ਼ਬਦ ਨਹੀਂ ਲਿਖਣੇ, ਇਸ ਸ਼ਲੋਕ ਦਾ ਕੇਂਦਰੀ ਭਾਵ ਬਸ ਤੁਸੀਂ ਇੱਥੋਂ ਲਿਖਣਾ ਹੈ, ਇਨਸਾਨ ਵੱਲੋਂ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਦੇ ਹੋਏ ਪਰਮਾਤਮਾ ਤੋਂ ਉਹਨਾਂ ਦੀ ਮਾफ़ੀ ਮੰਗਣਾ ਹੈ। ਮਨੁੱਖ ਅਣਗਿਣਤ ਗਲਤੀਆਂ ਤੇ ਪਾਪ ਕਰਦਾ ਹੈ। ਸੱਚਾ ਗੁਰੂ ਹੀ ਮਨੁੱਖ ਨੂੰ ਨਾਮ ਸਿਮਰਨ ਨਾਲ ਜੋੜ ਕੇ ਉਸ ਨੂੰ ਪਰਮਾਤਮਾ ਦੇ ਲੜ ਲਾ ਸਕਦਾ ਹੈ। ਤਾਂ ਤੁਸੀਂ ਇਸ ਤਰ੍ਹਾਂ ਪੂਰਾ ਜਦੋਂ ਲਿਖ ਲਓਗੇ ਤਾਂ ਇਹ ਤੁਹਾਡਾ 2 ਜਾਂ 3 ਨੰਬਰ 'ਚ ਤੁਹਾਨੂੰ ਸਾਰ ਜੇ ਆਉਂਦਾ ਹੈ ਤਾਂ ਉਸ ਦਾ ਉੱਤਰ ਇਹ ਬਣ ਜਾਵੇਗਾ। ਉਸ ਤੋਂ ਬਾਅਦ ਕੁਝ ਛੋਟੇ ਪ੍ਰਸ਼ਨ ਕਰਦੇ ਹਾਂ, ਜਿਸ ਵਿੱਚ ਜਿਵੇਂ ਕਿ ਪਾਪੀ ਕੌਣ ਹੈ? ਇਸ ਦਾ ਉੱਤਰ ਤੁਹਾਨੂੰ ਪਤਾ ਹੀ ਹੈ, ਮਨੁੱਖ। ਬਖਸ਼ਣਹਾਰ ਕੌਣ ਹੈ? ਪਰਮਾਤਮਾ। ਕੀ ਕਰਮਾਂ ਦੇ ਹਿਸਾਬ ਨਾਲ ਸਾਨੂੰ ਮਾफ़ੀ ਮਿਲ ਸਕਦੀ ਹੈ? ਨਹੀਂ। ਪਰਮਾਤਮਾ ਨਾਲ ਕੌਣ ਮਿਲਾ ਸਕਦਾ ਹੈ? ਸੱਚਾ ਗੁਰੂ। ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ? 1479 ਈਸਵੀ ਨੂੰ ਪਿੰਡ ਬਾਸਰਕੇ, ਜ਼ਿਲ੍ਹਾ ਅੰਮ੍ਰਿਤਸਰ ਵਿੱਚ। ਗੁਰੂ ਅਮਰਦਾਸ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ? 17 ਰਾਗਾਂ ਵਿੱਚ। ਗੁਰੂ ਅਮਰਦਾਸ ਜੀ ਦੀਆਂ ਪ੍ਰਮੁੱਖ ਬਾਣੀਆਂ ਕਿਹੜੀਆਂ ਹਨ? ਆਨੰਦ ਸਾਹਿਬ, ਪੱਟੀ ਅਤੇ 4 ਵਾਰਾਂ। ਇਹ ਸਨ ਸਾਡੇ ਪ੍ਰਸ਼ਨ ਉੱਤਰ। ਇਸ ਤੋਂ ਇਲਾਵਾ ਵੀ ਜੇ ਤੁਹਾਨੂੰ ਕੋਈ ਵੀ ਪ੍ਰਸ਼ਨ ਉੱਤਰ ਆਉਂਦਾ, ਤੁਸੀਂ ਅਗਰ ਇਸ
ਪਾਠ ਦੀ ਤੁਸੀਂ ਵਿਆਖਿਆ ਸੁਣੀ ਹੈ ਤਾਂ ਤੁਸੀਂ ਹਰ ਪ੍ਰਸ਼ਨ ਦਾ ਉੱਤਰ ਦੇ ਸਕਦੇ ਹੋ। ਤੁਹਾਡਾ ਅਗਲਾ ਪਾਠ ਲੈ ਕੇ ਅਸੀਂ ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੇ। ਉਦੋਂ ਤੱਕ YouTube ਚੈਨਲ ਪੰਜਾਬੀ ਸਕੂਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ, ਤਾਂ ਜੋ ਤੁਹਾਡੇ ਹੋਰ ਦੋਸਤ ਵੀ ਇਸ ਦੇ ਪਾਠਾਂ ਦਾ ਲਾਭ ਉਠਾ ਸਕਣ। ਹੁਣ ਦਿਓ ਇਜਾਜ਼ਤ। ਧੰਨਵਾਦ।